ਕਹਾਣੀ ਸੰਸਾਰ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਸਵਾਗਤ। ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਕਹਾਣੀ ਸੰਸਾਰ ਦੇ ਵਿੱਚ ਅੱਜ ਨਵੀਂ ਕਹਾਣੀ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ। ਪਿਛਲੀਆਂ ਕਹਾਣੀਆਂ ਨੂੰ ਤੁਸੀਂ ਢੇਰ ਸਾਰੀ ਮੁਹੱਬਤ ਦਿੱਤੀ ਹੈ, ਤੁਹਾਡਾ ਤਹਿ ਦਿਲੋਂ ਧੰਨਵਾਦ। ਤੇ ਇੱਕ ਵਾਰ ਫਿਰ ਤੋਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਜੇਕਰ ਤੁਸੀਂ ਚੰਗੇ ਕਹਾਣੀਕਾਰ ਹੋ, ਮਿੰਨੀ ਕਹਾਣੀਆਂ, ਛੋਟੀਆਂ ਕਹਾਣੀਆਂ ਲਿਖਦੇ ਹੋ ਤਾਂ ਆਪਣੀ ਕੋਈ ਰਚਨਾ ਸਾਡੀ ਝੋਲੀ ਜ਼ਰੂਰ ਪਾਇਓ, ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਤੁਹਾਡੀ ਲਿਖੀ ਕਹਾਣੀ ਅਸੀਂ ਆਪਣੇ ਇਸ ਪ੍ਰੋਗਰਾਮ ਕਹਾਣੀ ਸੰਸਾਰ ਵਿੱਚ ਸ਼ਾਮਲ ਕਰ ਸਕੀਏ ਅਤੇ ਤੁਹਾਡੇ ਧੰਨਵਾਦੀ ਬਣ ਸਕੀਏ। ਅੱਜ ਦੀ ਕਹਾਣੀ ਇਨਸਾਨ। ਕਹਿਣ ਦਾ ਭਾਵ ਅੱਜ ਦੀ ਕਹਾਣੀ ਦਾ ਸਿਰਲੇਖ ਹੈ ਇਨਸਾਨ ਤੇ ਸਾਡੇ ਸਾਰਿਆਂ ਦੀ ਕਹਾਣੀ। ਆਓ ਫਿਰ ਕਹਾਣੀ ਦਾ ਆਗਾਜ਼ ਕਰੀਏ। ਪਰ ਇਹ ਕਹਾਣੀ ਸਾਡੇ ਕੋਲ ਅਗਿਆਤ ਰੂਪ ਵਿੱਚ ਪਹੁੰਚੀ ਹੈ। ਸਾਡੇ ਕੋਲ ਕਹਾਣੀਕਾਰ ਦਾ ਨਾਮ ਨਹੀਂ ਪੁੱਜ ਸਕਿਆ। ਸੋ ਜੇਕਰ ਤੁਸੀਂ ਕਹਾਣੀ ਲਿਖੀ ਹੈ ਜਾਂ ਤੁਸੀਂ ਇਸ ਕਹਾਣੀ ਦੇ ਕਹਾਣੀਕਾਰ ਨੂੰ ਜਾਣਦੇ ਹੋ ਤਾਂ ਕਿਰਪਾ ਕਰਕੇ ਤੁਸੀਂ ਉਸ ਦਾ ਨਾਮ ਸਾਡੇ ਤੱਕ ਜ਼ਰੂਰ ਭੇਜਿਓ, ਤਾਂ ਕਿ ਅਸੀਂ ਉਸ ਕਹਾਣੀਕਾਰ ਨੂੰ ਫੁੱਲ ਕ੍ਰੈਡਿਟ ਦੇ ਸਕੀਏ। ਆਓ ਕਹਾਣੀ ਦੀ ਸ਼ੁਰੂਆਤ ਕਰੀਏ। ਕਹਾਣੀ ਦਾ ਨਾਮ ਹੈ ਇਨਸਾਨ। ਅੱਜ ਨਰਾਤਿਆਂ ਦਾ ਆਖਰੀ ਦਿਨ ਹੋਣ ਕਾਰਨ ਜੋਤਾਂ ਜਗਾਈਆਂ ਗਈਆਂ। ਘਰ ਦੇ ਵਿੱਚ ਘਰ ਵਾਲੀ ਆਖਣ ਲੱਗੀ, ਅਸੀਂ ਕੰਜਕਾਂ ਦੇਣੀਆਂ। ਆਪਣੇ ਘਰ ਤਾਂ ਦੇਵੀ ਮਾਤਾ ਦੀ ਕਿਰਪਾ ਨਾਲ 3 ਲੜਕੇ ਪੈਦਾ ਹੋਏ ਐ। ਜਾਓ ਜਾਓ, ਗੁਆਂਢ ਚੋਂ ਕੋਈ ਧੀ ਲੈ ਕੇ ਆਓ, ਆਵਾਜ਼ ਤਾਂ ਮਾਰੋ। ਮੈਂ ਚੁੱਪ ਕੀਤਾ, ਚਲਾ ਗਿਆ ਤਾਂ ਕਿ ਕਿਸੇ ਧੀ ਧਿਆਣੀ ਨੂੰ ਘਰ ਦੇ ਵਿੱਚ ਲਿਆ ਕੇ ਕੰਜਕਾਂ ਪੂਜੀਆਂ ਜਾਣ। ਇੱਕ ਘਰ, ਦੂਜਾ ਘਰ, ਤੀਜਾ ਘਰ, 5ਵਾਂ ਘਰ, 7ਵਾਂ ਘਰ, 10ਵਾਂ ਘਰ। ਮੈਂ ਕਈ ਘਰਾਂ ਦੇ ਚੱਕਰ ਮਾਰੇ, ਕਿਧਰੇ ਕੋਈ ਕੰਜਕ ਨਜ਼ਰ ਨਾ ਆਈ। ਫਿਰ ਮੈਨੂੰ ਇੱਕ ਭਲੇ ਪੁਰਸ਼ ਨੇ ਕਿਹਾ ਕਿ ਭਾਈ ਸਾਹਿਬ, ਉਹ ਰੁਲਦੂ ਦਾ ਘਰ ਹੈ ਫਲਾਣੇ ਥਾਂ, ਰੁਲਦੂ ਦੇ ਘਰ ਜਾਓ। ਤੇ ਮੈਂ ਚਲਾ ਗਿਆ। ਰੁਲਦੂ ਦੇ ਘਰ ਜਾ ਕੇ ਮੈਂ ਆਵਾਜ਼ ਮਾਰੀ, ਉਹ ਰੁਲਦਾ ਸਿਆਂ, ਉਹ ਰੁਲਦਾ ਸਿਆਂ, ਘਰੇ ਹੀ ਹੋ? ਆਓ ਜੀ ਲਾਲਾ ਜੀ, ਜੀ ਆਇਆਂ ਨੂੰ। ਅੱਜ ਕਿੱਦਾਂ ਆਉਣੇ ਹੋਏ? ਉਹ ਰੁਲਦਾ ਸਿਆਂ, ਆਪਣੀਆਂ ਗੁੱਡੀਆਂ ਨਜ਼ਰ ਨਹੀਂ ਆਉਂਦੀਆਂ ਬਈ, ਕਿੱਥੇ ਨੇ? ਉਹ ਜੀ ਅੱਜ ਕੰਜਕਾਂ ਸੀ ਨਾ, ਇਸ ਲਈ ਸਵੇਰ ਦਾ ਕਦੇ ਕੋਈ ਮੇਰੀਆਂ ਧੀਆਂ ਨੂੰ ਲੈ ਜਾਂਦਾ ਤੇ ਕਦੇ ਕੋਈ ਧੀਆਂ ਨੂੰ ਲਿਜਾ ਰਿਹਾ। ਮੈਂ ਮਨਾ ਨਹੀਂ ਨਾ ਕੀਤਾ। ਆਖਰ ਧੀਆਂ ਤਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ, ਕੋਈ ਵੀ ਲਿਜਾ ਸਕਦਾ। ਅੱਛਾ ਰੁਲਦਾ ਸਿਆ, ਤੇਰੀ ਘਰ ਵਾਲੀ ਨੇ ਕੰਜਕਾਂ ਦੀ ਪੂਜਾ ਕਰ ਲਈ ਭਾਈ? ਰੁਲਦਾ ਇੱਕਦਮ ਬੋਲਿਆ, ਲਾਲਾ ਜੀ ਆ ਕਿਹੜੀਆਂ ਗੱਲਾਂ ਕਰਦੇ ਹੋ? ਮੈਂ ਤਾਂ ਵਿਆਹ ਹੀ ਨਹੀਂ ਕਰਾਇਆ, ਫਿਰ ਘਰ ਵਾਲੀ ਭਲਾ ਕਿੱਥੋਂ ਆਉਣੀ ਸੀ? ਮੈਂ ਕਿਹਾ, ਰੁਲਦਾ ਸਿਆਂ, ਜੇ ਭਾਈ ਤੂੰ ਵਿਆਹ ਨਹੀਂ ਕਰਾਇਆ ਆ ਤੇਰੇ ਧੀਆਂ ਕਿੱਥੋਂ ਆ ਗਈਆਂ? ਉਹ ਰੁਲਦੇ ਦਾ ਜਵਾਬ ਸੁਣ ਕੇ ਮੈਂ ਸੁੰਨ ਹੋ ਗਿਆ। ਮੈਂ ਹੈਰਾਨ ਹੋ ਗਿਆ। ਲਾਲਾ ਜੀ, ਇਹ ਸਭ ਉਹ ਧੀਆਂ ਨੇ ਜੋ ਮੈਨੂੰ ਕੋਈ ਸੜਕ ਕਿਨਾਰਿਓਂ ਮਿਲੀ ਹੈ, ਕੋਈ ਕਿਤੇ ਮੰਦਿਰ ਦੇ ਨੇੜਿਓਂ ਮਿਲੀ ਹੈ, ਕੋਈ ਕਿਸੇ ਗੁਰਦੁਆਰਾ ਸਾਹਿਬ ਦੇ ਨੇੜਿਓਂ ਮਿਲੀ ਹੈ, ਕੋਈ ਕਿਸੇ ਕੂੜੇ ਦੇ ਢੇਰ 'ਚੋਂ ਮਿਲੀ ਹੈ, ਤੇ ਕੋਈ ਮੈਨੂੰ ਪਲਾਸਟਿਕ ਦੇ ਲਿਫਾਫੇ 'ਚ ਬੰਦ ਮਿਲੀ ਹੈ। ਤੇ ਕਿਸੇ ਧੀ ਨੂੰ ਤਾਂ ਮੈਂ ਕੁੱਤੇ ਦੇ ਮੂੰਹ ਵਿੱਚੋਂ ਨੋਚ ਕੇ ਖਾਂਦਿਆਂ ਤੋਂ ਬਚਾ ਕੇ ਆਪਣੇ ਘਰ ਲੈ ਕੇ ਆਇਆ ਸੀ। ਬਸ ਇਹ ਸਾਰੀਆਂ ਮੇਰੀਆਂ ਧੀਆਂ ਨੇ। ਤੇ ਉਹ ਦੇਖੋ, ਉਹ ਜੋ ਵੱਡੀ ਤੁਰੀ ਆਉਂਦੀ ਹੈ ਨਾ, ਉਹ ਮੈਨੂੰ ਕਈ ਸਾਲ ਪਹਿਲਾਂ ਤਲਾਬ ਵਾਲੇ ਮੰਦਿਰ ਦੇ ਨੇੜਿਓਂ ਮਿਲੀ ਸੀ। ਜਦ ਰੁਲਦੇ ਨੇ ਇੰਨੀ ਗੱਲ ਆਖੀ ਤਾਂ ਮੇਰੇ ਤਾਂ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੈਂ ਦੱਬੇ ਪੋਲੇ ਪੈਰੀ ਵਾਪਸ ਆ ਗਿਆ। ਘਰ ਆ ਕੇ ਸਾਰੀ ਗੱਲ ਘਰ ਵਾਲੀ ਨੂੰ ਦੱਸੀ ਤੇ ਫਿਰ ਕੀ ਸੀ, ਅਸੀਂ ਦੋਵੇਂ ਹੁਬਕੀ ਪੁੱਬਾਂ ਮਾਰ ਰੋਣ ਲੱਗੇ। ਰੋਣਾ ਤਾਂ ਬਣਦਾ ਸੀ, ਕਿਉਂਕਿ 5 ਵਰ੍ਹੇ ਪਹਿਲਾਂ ਜੋ ਸਾਡੇ ਘਰ ਕੰਜਕ, ਜੋ ਸਾਡੇ ਘਰ ਧੀ ਜੰਮੀ ਸੀ, ਅਸੀਂ ਤਾਂ ਉਹ ਸੀ ਜਿਹੜੀ ਲਿਫਾਫੇ ਦੇ ਵਿੱਚ ਬੰਦ ਕਰਕੇ ਮੰਦਿਰ ਦੇ ਪਿੱਛੇ ਸੁੱਟ ਆਈ ਸੀ। ਹੁਣ ਜੋ ਸਭ ਤੋਂ ਵੱਡੀ ਧੀ ਰੁਲਦੇ ਕੋਲ ਸੀ, ਉਹ ਕੋਈ ਹੋਰ ਨਹੀਂ, ਉਹ ਸਾਡੀ ਆਪਣੀ ਧੀ ਸੀ। ਮੈਂ ਅਤੇ ਮੇਰੀ ਘਰਵਾਲੀ ਦੇ ਪੱਲੇ ਕੁਝ ਨਹੀਂ ਸੀ, ਸਿਰਫ ਇੱਕ ਚੀਜ਼ ਸੀ, ਉਹ ਸੀ ਪਛਤਾਵਾ। ਅਸੀਂ ਦੋਵੇਂ ਆਪਣੀ ਕੀਤੀ ਕਰਤੂਤ ਨੂੰ ਯਾਦ ਕਰਕੇ ਫੁੱਟ ਰੋਣ ਲੱਗ ਪਏ। ਆਪਣੀ ਦੇਵੀ ਵਰਗੀ ਧੀ ਸੁੱਟ ਕੇ ਆ ਦੇਵੀ ਨੂੰ ਸੁੱਟਿਆਂ ਦਾ ਪੂਜਣ ਵਾਲਿਆਂ ਤੇ ਲਾਹਣਤ ਹੈ। ਤੇ ਹੋਰ ਕੀ ਹੈ?
ਤੇ ਅੱਜ ਆਹ ਹਾਲ ਕਿਸੇ ਇੱਕ ਦਾ ਨਹੀਂ, ਅਨੇਕ ਸਿਰ ਫਿਰਿਆਂ ਦਾ ਹੈ, ਅਨੇਕਾਂ ਅਕਲ ਦੇ ਅੰਨੇ ਮਾਪਿਆਂ ਦਾ ਹੈ। ਕਿਸੇ ਨੇ ਸੱਚ ਕਿਹਾ, ਧੀ ਰੱਬ ਉਸ ਘਰ 'ਚ ਦਿੰਦਾ ਜਿਨ੍ਹਾਂ ਦੀ ਧੀ ਨੂੰ ਪਾਲਣ ਦੀ ਔਕਾਤ ਹੋਵੇ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਇਨਸਾਨ ਸੱਚਮੁੱਚ ਲੂ ਕੰਡੇ ਖੜੇ ਹੁੰਦੇ ਨੇ, ਕਿਉਂਕਿ ਮੈਂ ਕਈ ਵਾਰੀ ਪ੍ਰਭ ਆਸਰਾ ਅਤੇ ਜੋਤੀ ਕੰਨਿਆ ਆਸਰਾ ਸੁਸਾਇਟੀ ਅਤੇ ਇਸੇ ਤਰੀਕੇ ਨਾਲ ਜਲੰਧਰ ਦੇ ਵਿੱਚ ਯੂਨੀਕ ਹੋਮ ਦੇਖਿਆ, ਜਿੱਥੇ ਦੀਆਂ ਧੀਆਂ ਦੀਆਂ ਕਹਾਣੀਆਂ ਸੁਣੀਆਂ ਨਹੀਂ ਜਾਂਦੀਆਂ। ਮਾਤਾ ਪ੍ਰਕਾਸ਼ ਕੌਰ ਨੇ ਬੜੀ ਵਾਰੀ ਦੱਸਿਆ, ਕਈ ਧੀਆਂ ਬੁਲਾਈਆਂ ਕਿ ਆਹ ਮੈਂ ਕੁੱਤੇ ਦੇ ਮੂੰਹ ਵਿੱਚੋਂ ਕੱਢ ਕੇ ਲਿਆਂਦੀ ਸੀ, ਆਹ ਮੈਂ ਫਲਾਣੇ ਥਾਂ ਤੋਂ ਕੱਢ ਕੇ ਲਿਆਂਦੀ ਸੀ। ਅੱਜ ਮੈਨੂੰ ਲੱਗ ਰਿਹਾ ਸੀ ਕਿ ਲਗਭਗ ਇਹ ਕਹਾਣੀਆਂ ਸੱਚੀਆਂ ਕਹਾਣੀਆਂ ਨੇ। ਸੋ ਜੇਕਰ ਇਹ ਸੱਚਮੁੱਚ ਕਹਾਣੀ ਚੰਗੀ ਲੱਗੀ, ਇੱਕ ਫਰਜ਼ ਅਦਾ ਕਰ ਦਿਆ ਕਰੋ। ਮੇਰੀ ਤੇ ਮੇਰੀ ਟੀਮ ਦੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਜਿੱਥੋਂ ਕਿਤੋਂ ਵੀ ਕੋਈ ਚੰਗੇ ਸੁਨੇਹੇ ਵਾਲੀ ਕਹਾਣੀ ਮਿਲੇ, ਅਸੀਂ ਤੁਹਾਡੇ ਰੂਬਰੂ ਕਰੀਏ। ਪਿਛਲੀ ਕਹਾਣੀ ਵੀ ਕੁਝ ਇਸੇ ਤਰ੍ਹਾਂ ਦੀ ਸੀ। ਕੁੱਖ ਵਿੱਚ ਧੀਆਂ ਜਿਹੜੇ ਲੋਕ ਕਤਲ ਕਰਾਉਂਦੇ ਨੇ, ਉਹਨਾਂ 'ਤੇ ਲਾਹਨਤ ਪਾਉਣ ਵਾਲੀ ਕਹਾਣੀ ਸੀ, ਅਤੇ ਆਹ ਕਹਾਣੀ ਵੀ ਲਗਭਗ ਉਸੇ ਤਰ੍ਹਾਂ ਦੀ ਹੈ। ਸੋ ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਅੱਜ ਦੀ ਇਹ ਕੋਸ਼ਿਸ਼ ਚੰਗੀ ਲੱਗੀ ਹੋਣੀ ਹੈ। ਸੋ ਇਸ ਦੇ ਨਾਲ ਹੀ ਅਗਲੀ ਕਹਾਣੀ ਦੇ ਇੰਤਜ਼ਾਰ ਵਿੱਚ ਤੁਸੀਂ ਰਹੋ, ਅਤੇ ਮੈਂ ਵੀ ਕੁਝ ਇਸੇ ਤਰ੍ਹਾਂ ਕਰਾਂਗਾ। ਆਓ ਜਾਣ ਤੋਂ ਪਹਿਲਾਂ ਕਹੀਏ, ਜ਼ਿੰਦਗੀ ਜ਼ਿੰਦਾਦਰੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।